ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ। ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਗਿਆ, ਵਾਅਦਾ ਨਿਭਾਉਂਦੇ ਹੋਏ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਜੋ ਕਿ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ, ਉਹ ਵਾਅਦਾ ਉਹ ਪੂਰਾ ਕਰਨ ਜਾ ਰਹੇ ਨੇ। ਉਸ ਵਾਅਦੇ ਨੂੰ ਲੈ ਕੇ ਕਾਫੀ ਸਾਰੇ ਸ਼ਸ਼ੋਪੰਜ ਨੇ ਜਿਹੜੇ ਉਹ ਬਣੇ ਹੋਏ ਨੇ। ਕਾਫੀ ਸਾਰੇ ਲੋਕਾਂ ਦੇ ਸਵਾਲ ਨੇ ਇੱਥੇ ਕਿ ਆਖਿਰਕਾਰ ਨੂੰ ਇਹਦੇ ਵਿੱਚ ਕਿਹੜੇ ਪਰਿਵਾਰਾਂ ਨੂੰ ਬਿਜਲੀ ਦਾ ਬਿੱਲ ਮਾਫ ਹੈ, ਜਿਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਬਿੱਲ ਮਾਫ ਸੀ ਉਹਨਾਂ ਨੂੰ ਹੁਣ ਵੱਧ ਕੇ ਸਹੂਲਤ ਆਖਿਰਕਾਰ ਨੂੰ ਫਾਇਦਾ ਕਿੰਨਾ ਹੋਇਆ, ਤੇ ਜਿਨ੍ਹਾਂ ਨੂੰ ਪਹਿਲਾਂ ਕੋਈ ਫਾਇਦਾ ਨਹੀਂ ਸੀ ਹੁੰਦਾ, ਭਾਵ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਜਿੰਨਾ ਉਹ ਬਿੱਲ ਭਰਦੇ ਸੀ ਹੁਣ ਉਹਨਾਂ ਦੇ ਬਿੱਲ ਦੇ ਵਿੱਚ ਕਿੰਨੀ ਤਬਦੀਲੀ ਆਉਣੀ ਹੈ। ਇਹਨੂੰ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਾਂਗੇ ਤਾਂ ਕਿ ਤੁਹਾਨੂੰ ਵੀ ਪੂਰੇ ਤਰੀਕੇ ਨਾਲ ਸਮਝ ਆ ਸਕੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ 1 ਜੁਲਾਈ 2022 ਨੂੰ ਐਲਾਨ ਇੱਥੇ ਕੀਤਾ ਜਾਣਾ ਹੈ, ਭਾਵ ਕਿ ਉਹਨੂੰ ਲਾਗੂ ਕਰ ਦੇਣਾ। ਇਸ ਐਲਾਨ ਨੂੰ ਐਲਾਨ ਤਾਂ ਅੱਜ ਹੋ ਚੁੱਕਿਆ ਹੈ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰੇਗਾ, ਕਿਹੜੇ ਪਰਿਵਾਰਾਂ ਨੂੰ ਉਹਦਾ ਫਾਇਦਾ ਹੋਵੇਗਾ। ਨੁਕਸਾਨ ਤਾਂ ਨਹੀਂ ਇੱਥੇ ਆਪਾਂ ਕਹਿ ਸਕਦੇ, ਨੁਕਸਾਨ ਸਿਰਫ ਇੰਨਾ ਕਿ ਆਪਾਂ ਕਹਿ ਸਕਦੇ ਹਾਂ ਕਿ ਬਾਕੀ ਪਰਿਵਾਰ ਜਿਹੜੇ ਪਰਿਵਾਰਾਂ ਨੂੰ ਪਹਿਲਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਮੁਕਾਬਲੇ ਹੁਣ ਇਹ ਸਹੂਲਤਾਂ ਨੇ ਜਿਹੜੀਆਂ ਉਹ ਪੂਰਨ ਰੂਪ ਦੇ ਵਿੱਚ ਉਹਨਾਂ ਦੇ ਬਰਾਬਰ ਨਹੀਂ ਹੈ। ਗੱਲ ਕਰਦੇ ਹਾਂ, ਸ਼ੁਰੂਆਤ ਇੱਥੇ ਆਪਾਂ ਕਰ ਲੈਂਦੇ ਹਾਂ ਕਿ 300 ਯੂਨਿਟ ਬਿਜਲੀ ਬਿੱਲ ਮਾਫ ਇੱਥੇ ਜੋ ਵਾਅਦਾ ਕੀਤਾ ਸੀ, 1 ਮਹੀਨਾ ਪ੍ਰਤੀ ਮਹੀਨਾ ਇੱਥੇ ਆਪਾਂ ਕਹਿ ਲਓ ਕਿ 300 ਯੂਨਿਟ ਬਿਜਲੀ ਦਾ ਬਿੱਲ ਮਾਫ। ਤੇ ਇਸੇ ਤਰੀਕੇ ਪੰਜਾਬ ਦੇ ਵਿੱਚ 2 ਮਹੀਨੇ ਬਾਅਦ ਬਿਜਲੀ ਦਾ ਬਿੱਲ ਆਉਂਦਾ ਹੈ ਤੇ ਇਹ ਹੋ ਗਿਆ 600 ਯੂਨਿਟ। ਜਿਸ ਤਰੀਕੇ ਇੱਥੇ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਦੇ ਮੰਤਰੀਆਂ ਦੇ ਵੱਲੋਂ, ਬਿਜਲੀ ਮੰਤਰੀ ਦੇ ਵੱਲੋਂ ਵੀ ਐਲਾਨ ਇੱਥੇ ਕੀਤਾ ਗਿਆ ਸੀ ਕਿ 600 ਯੂਨਿਟ ਇੱਕ ਪਰਿਵਾਰ ਨੂੰ ਇੱਥੇ ਜਿਹੜੀ ਬਿਜਲੀ ਦੀ ਯੂਨਿਟ ਆ ਉੱਥੇ ਮਾਫ ਕੀਤੀ ਜਾਵੇਗੀ। ਤੇ ਹੁਣ ਜੇਕਰ ਇਸ ਤੋਂ ਵੱਧ ਬਿੱਲ ਆਉਂਦਾ ਤਾਂ ਕੀ ਹੋਵੇਗਾ। ਜੇਕਰ ਉਹਨਾਂ ਪਰਿਵਾਰਾਂ ਦੀ ਇੱਥੇ ਗੱਲ ਕਰ ਲਈਏ ਜਿਨ੍ਹਾਂ ਨੂੰ ਪਹਿਲਾਂ ਹੀ ਆਪਾਂ ਕਹਿ ਸਕਦੇ ਹਾਂ ਕਿ 200 ਯੂਨਿਟ, ਕੁਝ ਪਰਿਵਾਰ ਅਜਿਹੇ ਨੇ ਜਿਹੜੇ ਕਿ 200 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਪਹਿਲਾਂ ਹੀ ਮੁਫਤ ਲੈ ਰਹੇ ਨੇ, ਹੁਣ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਣਾ ਹੈ। ਖਾਸ ਤੌਰ ਦੇ ਉੱਤੇ ਇਹ ਇੱਕ ਸੋਚਣ ਵਾਲਾ ਵਿਸ਼ਾ ਹੈ ਕਿਉਂਕਿ ਕਾਫੀ ਸਾਰੀ ਜਿਹੜੀ ਆਪਾਂ ਇੱਥੇ ਕਹਿ ਦਿੰਦੇ ਹਾਂ ਇੱਕ ਸ਼ਸ਼ੋਪੰਜ ਬਣਿਆ ਹੋਇਆ ਹੈ ਕਿ ਉਹਨਾਂ ਨੂੰ ਇਹ ਸਹੂਲਤ ਵੱਖਰੇ ਤੌਰ ਦੇ ਉੱਤੇ ਆ, ਕੀ ਇਹ ਸਾਰਿਆਂ ਨੂੰ ਹੈ ਜਾਂ ਸਿਰਫ ਤੇ ਸਿਰਫ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰੀਕੇ SC ਜਾਂ BC ਜਾਂ ਜਿਹੜੇ ਵੀ ਇਸ ਸਹੂਲਤ ਦਾ ਪਹਿਲਾਂ ਲਾਭ ਲੈਂਦੇ ਨੇ ਉਹਨਾਂ ਤੱਕ ਇਹ ਫਾਇਦਾ ਪਹੁੰਚਦਾ ਹੈ। ਪੂਰਨ ਚੰਗੇ ਤਰੀਕੇ ਨਾਲ ਤੁਹਾਨੂੰ ਇੱਥੇ ਸਮਝਾ ਦਿੰਦੇ ਹਾਂ। ਗੱਲ ਕਰਦੇ ਹਾਂ ਉਸ ਸ਼ੁਰੂਆਤ ਦੀ, ਜਿਸ ਤਰੀਕੇ ਦੇ ਨਾਲ ਲਾਹਾ ਕਿਹਨਾਂ ਨੂੰ ਹੈ, ਭਾਵ ਕਿ ਫਾਇਦਾ ਕਿਹਨਾਂ ਨੂੰ ਹੈ, ਤੇ ਇਹਦੇ ਵਿੱਚ ਆ ਜਾਂਦਾ ਕਿਹਨਾਂ ਨੂੰ ਫਾਇਦਾ ਨਹੀਂ। ਹਾਲਾਂਕਿ ਇਹਦੇ ਵਿੱਚ ਬਹੁਤ ਘੱਟ ਆਪਾਂ ਕਹਿ ਸਕਦੇ ਹਾਂ ਕਿ ਇਹ ਚੀਜ਼ ਆਉਣੀ ਹੈ ਕਿ ਨੁਕਸਾਨ ਇਹਦੇ ਵਿੱਚ ਕਿੰਨਾ ਕੁ ਹੈ ਜਾਂ ਫਾਇਦਾ ਕਿੰਨਾ ਕੁ ਹੈ। ਫਾਇਦਾ ਇਹਦੇ ਵਿੱਚ ਫਿਲਹਾਲ ਦੀ ਘੜੀ ਆਮ ਲੋਕਾਂ ਨੂੰ ਜ਼ਿਆਦਾ ਦਿਖ ਰਿਹਾ, ਉਹਦੇ ਵਿੱਚ ਨੁਕਸਾਨ ਸਰਕਾਰ ਦਾ ਹੋਵੇ ਉਹ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਸਰਕਾਰ ਨੇ ਜੇਕਰ ਇਹ ਇੰਨਾ ਵੱਡਾ ਐਲਾਨ ਕੀਤਾ ਹੈ ਤੇ ਉਸ ਐਲਾਨ ਦੇ ਉੱਤੇ ਆਪਣੀ ਮੋਹਰ ਵੀ ਲਾ ਦਿੱਤੀ ਹੈ ਤਾਂ ਸਰਕਾਰ ਨੇ ਕੁਝ ਨਾ ਕੁਝ ਜ਼ਰੂਰ ਸੋਚਿਆ ਹੋਵੇਗਾ। ਉਹ ਵੱਖਰੀ ਗੱਲ ਹੈ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਇਸ ਚੀਜ਼ ਨੂੰ ਕਿੰਨਾ ਕੁ ਇੱਥੇ ਸੁਖਾਲਾ ਲੈਂਦੇ ਨੇ ਕਿ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਇੱਥੇ ਐਲਾਨ ਕੀਤਾ ਗਿਆ ਉਹ ਹਾਂ ਲੋਕਾਂ ਦੇ ਭਲੇ ਲਈ ਹੈ। ਸਰਕਾਰ ਇਹ ਚੀਜ਼ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਜਾਣਦੀ ਹੈ ਕਿ ਅਸੀਂ ਇਹ ਪੈਸਾ ਕਿਵੇਂ ਤੇ ਕਿਹੜੇ ਪਾਸੋਂ ਪੂਰਾ ਕਰਨਾ ਹੈ, ਉਹ ਇੱਕ ਵੱਖਰੀ ਗੱਲ ਹੈ। ਪਰ ਆਮ ਲੋਕਾਂ ਨੂੰ ਸਹੂਲਤ ਕਿਸ ਤਰੀਕੇ ਦੀ ਮਿਲੀ ਹੈ ਅੱਜ ਉਹਦੇ ਤੇ ਗੱਲ ਕਰਾਂਗੇ ਤੇ ਤੁਹਾਨੂੰ ਇਹਦੇ ਉੱਤੇ ਇੱਕ ਪਰਿਵਾਰ ਨੂੰ ਕਿੰਨਾ ਕੁ ਫਾਇਦਾ ਕਿਸ ਤਰੀਕੇ ਨਾਲ ਹੋਣ ਵਾਲਾ ਇੱਕ ਚੰਗੇ ਤਰੀਕੇ ਨਾਲ ਤੁਸੀਂ ਇੱਥੇ ਸਮਝ ਸਕਦੇ ਹੋ। ਆਮ ਘਰਾਂ ਦੀ ਜੇਕਰ ਇੱਥੇ ਗੱਲ ਕਰ ਲਈਏ, ਪਹਿਲਾਂ 200 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਇੱਥੇ ਉਹਨਾਂ ਪਰਿਵਾਰਾਂ ਨੂੰ ਪਹਿਲਾਂ ਤੋਂ ਹੀ, ਭਾਵ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਇਹ ਬਿਜਲੀ ਦੀਆਂ ਯੂਨਿਟਾਂ ਪਹਿਲਾਂ ਤੋਂ ਹੀ ਮਾਫ ਨੇ, ਭਾਵ ਕਿ ਇਹਨਾਂ ਦੇ ਵਿੱਚ ਹੁਣ ਸਰਕਾਰ ਨੇ ਜੇ ਐਲਾਨ ਕੀਤਾ ਹੈ ਤਾਂ ਉਹ ਪੂਰਨ ਰੂਪ ਦੇ ਵਿੱਚ ਕੀਤਾ ਹੈ ਤਾਂ ਉੱਥੇ ਫਾਇਦਾ ਇਹਨਾਂ ਨੂੰ ਵੱਧ ਹੋਇਆ। ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਇਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਪਹਿਲਾਂ 200 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਮਾਫ ਸੀ, ਭਾਵ ਕਿ 2 ਮਹੀਨਾ ਦਾ ਬਿੱਲ ਆਉਂਦਾ ਤਾਂ 400 ਯੂਨਿਟ ਇਹਨਾਂ ਨੂੰ ਪਹਿਲਾਂ ਤੋਂ ਹੀ ਮਾਫ ਹੈ। ਉਹਦੇ ਵਿੱਚ ਸਰਕਾਰ ਨੇ ਇੱਕ ਵੱਖਰੇ ਤੌਰ ਦੇ ਉੱਤੇ ਵਾਅਦਾ ਜਿਹੜਾ ਕਿ ਪੂਰਨ ਰੂਪ ਦੇ ਵਿੱਚ ਕੀਤਾ ਗਿਆ, ਉਹ ਆਟੋਮੈਟਿਕਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਵੱਧ ਇੱਥੇ ਫਾਇਦਾ ਹੋਇਆ। ਹੁਣ ਇੱਥੇ ਗੱਲ ਕਰ ਲੈਂਦੇ ਹਾਂ, ਇਹਨਾਂ ਨੂੰ ਬਿੱਲ ਆਉਂਦਾ 200 + 200 ਬਰਾਬਰ 400 ਯੂਨਿਟ ਦਾ ਬਿਜਲੀ ਦਾ ਬਿੱਲ ਇਹਨਾਂ ਨੂੰ ਪਹਿਲਾਂ ਤੋਂ ਮਾਫ। ਹੁਣ ਵਾਅਦਾ ਕਿਵੇਂ ਹੋਇਆ ਕਿਉਂਕਿ ਸਰਕਾਰ ਨੇ ਕਿਹਾ ਇੱਥੇ ਕਿ ਹਰੇਕ ਪਰਿਵਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਬਿਜਲੀ ਦੀਆਂ ਯੂਨਿਟਾਂ ਦੇ ਹਿਸਾਬ ਦੇ ਨਾਲ ਬਿੱਲ ਮਾਫ ਹੈ ਤਾਂ ਟੋਟਲ 2 ਮਹੀਨਿਆਂ ਦਾ ਬਣ ਕੇ ਆ ਗਿਆ 600। ਹੁਣ ਇਹਨਾਂ ਨੂੰ 600 ਯੂਨਿਟ ਤੱਕ ਦਾ ਬਿਜਲੀ ਦਾ ਬਿੱਲ ਮਾਫ ਹੈ। ਹੁਣ ਇਹਦੇ ਵਿੱਚ ਫਾਇਦਾ ਕਿਵੇਂ ਹੋਇਆ, 200 ਯੂਨਿਟ ਇਹਨਾਂ ਨੂੰ 2 ਮਹੀਨਿਆਂ ਦੀ ਇੱਕ ਹੋਰ ਵੱਧ ਮਿਲ ਗਈ, ਭਾਵ ਕਿ ਪਹਿਲਾਂ 400 ਸੀ ਤਾਂ ਹੁਣ ਵੱਧ ਕੇ ਇਹਨਾਂ ਨੂੰ 200 ਹੋਰ ਐਕਸਟਰਾ, ਭਾਵ ਕਿ 600 ਦਾ ਇਹਨਾਂ ਨੂੰ 600 ਯੂਨਿਟ ਦਾ ਬਿਜਲੀ ਦੇ ਬਿੱਲ ਜੋ ਕਿ 1-2 ਮਹੀਨੇ ਬਾਅਦ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਆਉਂਦਾ ਹੈ ਪੰਜਾਬ ਦੇ ਵਿੱਚ, ਤਾਂ ਇਹਨਾਂ ਨੂੰ 600 ਯੂਨਿਟ ਦਾ ਹੁਣ ਫਾਇਦਾ ਹੋਵੇਗਾ। ਹੁਣ ਗੱਲ ਆਉਂਦੀ ਹੈ ਜਿਹੜਾ ਕਿ ਇੱਕ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਆਖਿਰਕਾਰ ਨੂੰ ਜੇਕਰ 600 ਯੂਨਿਟ ਤੋਂ ਉੱਤੋਂ 1 ਯੂਨਿਟ ਹੋਰ ਵੀ ਉੱਪਰ ਵੱਧ ਜਾਂਦੀ ਹੈ ਜਾਂ 2 ਵੱਧ ਜਾਂਦੀਆਂ ਨੇ ਜਾਂ 50 ਵੱਧ ਜਾਂਦੀਆਂ ਨੇ, ਮੰਨ ਕੇ ਚੱਲਦੇ ਹਾਂ ਕਿ 1 ਯੂਨਿਟ ਹੋਰ ਅੱਗੇ ਵੱਧ ਗਈ ਤਾਂ ਇਹ ਬਿੱਲ ਹੋ ਗਿਆ 600
1 ਯੂਨਿਟ ਦਾ, ਭਾਵ ਕਿ ਜਦੋਂ ਬਿੱਲ ਆਵੇਗਾ ਜੇਕਰ ਇਹਨਾਂ ਨੂੰ ਪਰਿਵਾਰਾਂ ਨੂੰ 601 ਯੂਨਿਟ ਦਾ ਬਿੱਲ ਆਉਂਦਾ ਤਾਂ ਇੱਥੇ ਕੀ ਹੋਵੇਗਾ, ਇਹਨਾਂ ਪਰਿਵਾਰਾਂ ਨੂੰ ਸਿਰਫ 1 ਯੂਨਿਟ ਦਾ ਬਿੱਲ ਪੇ ਕਰਨਾ ਪਵੇਗਾ, ਭਾਵ ਕਿ ਭਰਨਾ ਪਵੇਗਾ। 600 ਯੂਨਿਟ ਇਹਨਾਂ ਪਰਿਵਾਰਾਂ ਨੂੰ ਮਾਫ ਹੈ ਜਿਨ੍ਹਾਂ ਨੂੰ ਪਹਿਲਾਂ, ਮੈਂ ਤੇ ਦੁਬਾਰਾ ਫੇਰ ਦੁਹਰਾ ਰਿਹਾ ਕਿਤੇ ਇਹ ਕਨਫਿਊਜ਼ਨ ਦੁਬਾਰਾ ਨਾ ਰਹੇ, ਅੱਗੇ ਤੁਹਾਨੂੰ ਹੋਰ ਵੀ ਕਲੈਰੀਫਾਈ ਕਰਾਂਗੇ ਆ ਕਿ ਇਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ 200 ਯੂਨਿਟ ਪ੍ਰਤੀ ਮਹੀਨਾ ਮਾਫ ਹੈ, ਉਹ SC ਨੇ, BC ਨੇ, ਜਾਂ ਉਹ ਆਪਾਂ ਕਹਿ ਲਈਏ ਕਿ ਆਜ਼ਾਦੀ ਘੁਲਾਟੀਆਂ ਉਹਨਾਂ ਦੇ ਵਿੱਚ ਆਉਂਦੇ ਨੇ, ਉਹਨਾਂ ਪਰਿਵਾਰਾਂ ਨੂੰ 600 ਯੂਨਿਟ ਹੁਣ ਬਿਜਲੀ ਦਾ ਬਿੱਲ ਮਾਫ ਹੋਣਾ। ਪਰ ਇੱਥੇ ਇੱਕ ਜਿਹੜੀ ਵੱਡੀ ਕਨਫਿਊਜ਼ਨ ਜਿਹੜੀ ਇੱਥੇ ਬਣਦੀ ਹੈ ਕਿ ਜੇਕਰ ਇਹਨਾਂ ਨੂੰ 1 ਯੂਨਿਟ ਉੱਤੇ ਬਿੱਲ ਹੋ ਜਾਂਦਾ ਤਾਂ ਇਹਨਾਂ ਪਰਿਵਾਰਾਂ ਨੂੰ 1 ਯੂਨਿਟ ਦਾ ਹੀ ਬਿੱਲ ਆਵੇਗਾ। ਜੇਕਰ ਇੱਥੇ ਆਪਾਂ ਇਹ ਕਹਿ ਲਈਏ ਕਿ ਇਹਨਾਂ ਪਰਿਵਾਰਾਂ ਨੂੰ ਮੰਨ ਲਓ ਵੀ 45 ਯੂਨਿਟ ਹੋਰ ਆਪਾਂ ਪਲੱਸ ਕਰ ਦਈਏ ਤਾਂ ਕੀ ਹੋਵੇਗਾ, ਤਾਂ ਵੀ ਇਹਨਾਂ ਪਰਿਵਾਰਾਂ ਨੂੰ ਸਿਰਫ ਤੇ ਸਿਰਫ 45 ਯੂਨਿਟ ਦਾ ਬਿੱਲ ਹੀ ਪੇ ਕਰਨਾ ਪਵੇਗਾ, ਭਾਵ ਕਿ ਸਿਰਫ 45 ਯੂਨਿਟਾਂ ਜਿਹੜੀਆਂ ਕਿ ਇਹਨਾਂ ਦੇ ਵੱਲੋਂ ਵੱਧ ਇੱਥੇ ਖਪਤ ਕੀਤੀਆਂ ਗਈਆਂ, ਸਿਰਫ ਉਹਨਾਂ ਹੀ ਬਿੱਲ ਇਹਨਾਂ ਨੂੰ ਭਰਨਾ ਪਵੇਗਾ। ਇਹ ਇੱਥੇ ਆ ਜਾਂਦੇ ਨੇ। ਇਹਨਾਂ ਦੇ ਵਿੱਚੋਂ ਆਮ ਪਰਿਵਾਰ, SC, BC ਜਾਂ ਸਿੱਧੇ ਤੌਰ ਦੇ ਉੱਤੇ ਆਪਾਂ ਇੱਥੇ ਇਹ ਕਹਿ ਲਈਏ ਕਿ ਜਿਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਤੋਂ ਹੀ ਪਿਛਲੀਆਂ ਸਰਕਾਰਾਂ ਲੰਮੇ ਸਮੇਂ ਤੋਂ ਸਹੂਲਤਾਂ ਦਿੰਦੀਆਂ ਆ ਰਹੀਆਂ ਨੇ, ਇਹ ਫਰਕ ਉਹਨਾਂ ਦੇ ਵਿੱਚ ਹੈ। ਹੁਣ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ, ਇਹ ਫਾਇਦਾ ਕਿਹਨਾਂ ਨੂੰ ਨਹੀਂ, ਜਿਨ੍ਹਾਂ ਨੂੰ ਨਾ ਪਿਛਲੀਆਂ ਸਰਕਾਰਾਂ ਦੇ ਵੱਲੋਂ ਕੋਈ ਬਿਜਲੀ ਬਿੱਲ ਦੇ ਵਿੱਚ ਸਹੂਲਤ ਦਿੱਤੀ ਗਈ, ਤੇ ਹੁਣ ਇਸੇ ਤਰੀਕੇ ਜਿਹੜਾ ਹੁਣ ਐਲਾਨ ਹੋਇਆ ਇੱਥੇ ਫਰਕ ਉਹਦੇ ਵਿੱਚ ਇਹ ਹੈ ਕਿ ਆਮ ਘਰਾਂ ਨੂੰ ਇਹ ਸਹੂਲਤ ਨਹੀਂ ਹੈਗੀ। ਹੁਣ ਉਹ ਸਹੂਲਤ ਕਿਹੜੀ ਨਹੀਂ ਹੈਗੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਸਹੂਲਤ ਇੱਕ ਵੱਖਰੇ ਤਰੀਕੇ ਦੀ ਹੈ, ਭਾਵ ਕਿ ਫਾਇਦਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪੂਰਨ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਹੈਗਾ। ਉਹ ਇੱਕ ਸਮਝਣ ਦੀ ਲੋੜ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਹੈ। ਹੁਣ ਅੱਗੇ ਵਧਦੇ ਹਾਂ, ਲਾਹੇ ਦੀ ਗੱਲ ਆਪਾਂ ਇੱਥੇ ਕਰ ਲੈਂਦੇ ਹਾਂ। ਹੁਣ ਆਮ ਘਰਾਂ ਦੀ ਗੱਲ ਕਰ ਲੈਂਦੇ ਹਾਂ। ਆਮ ਘਰ ਉਹ ਜਿਨ੍ਹਾਂ ਨੂੰ ਪਹਿਲਾਂ ਵੀ ਕੋਈ ਸਹੂਲਤਾਂ ਨਹੀਂ ਸੀ, ਉਹਨਾਂ ਨੂੰ ਹੁਣ 300 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਮੁਫਤ ਮਿਲਣੀ ਹੈ, ਭਾਵ ਕਿ ਉਹ ਚਾਹੇ ਕੋਈ ਵੀ ਹੈ, ਚਾਹੇ ਕੋਈ ਵੀ ਦਾ ਮਤਲਬ ਇੱਥੇ ਜਿਨ੍ਹਾਂ ਨੂੰ ਪਹਿਲਾਂ ਸਹੂਲਤ ਮਿਲਦੀ ਸੀ, ਚਾਹੇ ਉਹ, ਤੇ ਚਾਹੇ ਜਿਨ੍ਹਾਂ ਨੂੰ ਨਹੀਂ ਸੀ ਮਿਲਦੀ, ਚਾਹੇ ਉਹ ਪਰਿਵਾਰ। ਇੱਥੇ ਆਪਾਂ ਸਿਰਫ ਉਹਨਾਂ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਸਹੂਲਤ ਮਿਲਦੀ ਸੀ ਉਹਦੀ ਗੱਲ ਆਪਾਂ ਉੱਪਰ ਕਰ ਚੁੱਕੇ ਹਾਂ। ਹੁਣ ਗੱਲ ਕਰਦੇ ਹਾਂ ਇਹਨਾਂ ਆਮ ਘਰਾਂ ਦੀ, ਭਾਵ ਕਿ ਆਮ ਘਰ ਉਹ ਪੂਰਨ ਰੂਪ ਦੇ ਵਿੱਚ ਸਾਰੇ ਜਿਨ੍ਹਾਂ ਨੂੰ ਪਹਿਲਾਂ ਸਹੂਲਤਾਂ ਨਹੀਂ ਸੀ ਮਿਲਦੀਆਂ ਉਹ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ, ਕਿਉਂਕਿ ਪੂਰਨ ਰੂਪ ਦੇ ਵਿੱਚ ਇੱਥੇ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਮਾਫ ਕਰਨ ਦਾ ਵਾਅਦਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ, ਉਹਦੇ ਵਿੱਚ 300 ਯੂਨਿਟ ਪ੍ਰਤੀ ਮਹੀਨਾ ਸੀ, ਤੇ ਉਸ ਤੋਂ ਬਾਅਦ 2 ਮਹੀਨਿਆਂ ਦਾ ਬਿੱਲ ਆਉਂਦਾ ਤਾਂ 600 ਯੂਨਿਟ ਹੋ ਗਈ, ਭਾਵ ਕਿ ਇੱਕ ਬਿੱਲ ਦੇ ਉੱਤੇ 600 ਯੂਨਿਟ ਦਾ ਬਿੱਲ ਹੈ ਜਿਹੜਾ ਉਹ ਮਾਫ ਹੈ। ਤੇ ਹੁਣ ਇਹਦੇ ਉੱਤੇ ਉਹ ਵੱਖਰੀ ਗੱਲ ਹੈ ਕਿ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂ ਇਹਨੂੰ ਵੱਖ-ਵੱਖ ਤਰੀਕੇ ਦੇ ਨਾਲ ਦੱਸਦੇ ਨੇ। ਹਾਲਾਂਕਿ ਇੱਥੇ ਕੇਜਰੀਵਾਲ ਤੋਂ ਪਹਿਲਾਂ ਵੀ ਇੱਕ ਸਵਾਲ ਪੁੱਛਿਆ ਗਿਆ ਸੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜੇਕਰ 300 ਤੋਂ ਉੱਪਰ ਬਿੱਲ ਆਉਂਦਾ ਹੈ ਤਾਂ ਉਹ ਕੀ ਉਹ ਭਰਨਾ ਪਵੇਗਾ, ਜੇਕਰ 1 ਯੂਨਿਟ ਹੈ ਜਾਂ 2 ਯੂਨਿਟ ਜਾਂ 10 ਜਿੰਨਾ ਵੀ ਮੰਨ ਲਓ, ਤਾਂ ਉੱਥੇ ਉਹਨਾਂ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਸੀ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜੇਕਰ 300 ਤੋਂ ਉੱਤੇ 301 ਹੁੰਦੀ ਹੈ ਤਾਂ ਪੂਰਾ ਬਿੱਲ ਭਰਨਾ ਪਵੇਗਾ, ਭਾਵ ਕਿ ਇੱਥੇ ਆਹ ਵਾਲੀ ਸਹੂਲਤ ਹੈ ਨਹੀਂ ਜਿਹੜੀ ਕਿ ਇਹਨਾਂ ਪਰਿਵਾਰਾਂ ਨੂੰ ਹੈ। ਇੱਥੇ ਸਹੂਲਤ ਹੈ ਕਿ ਤੁਹਾਨੂੰ ਤੁਹਾਡਾ ਬਿੱਲ, ਜੇਕਰ ਆਪਾਂ ਪੂਰੇ ਬਿੱਲ ਦੀ ਗੱਲ ਕਰ ਲੈਂਦੇ ਹਾਂ, ਜੇਕਰ 600 ਯੂਨਿਟ ਜਿਹੜਾ ਆਪਾਂ ਨੂੰ ਬਿੱਲ ਆਉਂਦਾ ਹੈ, ਜੇਕਰ ਉਹ 600 ਯੂਨਿਟ ਤੱਕ ਹੈ, ਫਿਰ ਤਾਂ ਇਹਨਾਂ ਪਰਿਵਾਰਾਂ ਨੂੰ ਇਹ ਬਿੱਲ ਹੈ ਜਿਹੜਾ ਉਹ ਭਰਨ ਦੀ ਜ਼ਰੂਰਤ ਨਹੀਂ ਹੈਗੀ। ਹੁਣ ਜਿਹੜੀ ਸਭ ਤੋਂ ਵੱਡੀ ਕਨਫਿਊਜ਼ਨ ਬਣੀ ਹੋਈ ਹੈ ਉਹਦੇ ਉੱਤੇ ਗੱਲ ਕਰਦੇ ਹਾਂ। ਜੇਕਰ ਇੱਥੇ 601 ਯੂਨਿਟ ਦਾ ਬਿੱਲ ਆਉਂਦਾ ਜਾਂ ਮੰਨ ਲਓ 645 ਆ ਗਿਆ, 50 ਆ ਗਿਆ, ਜਿੰਨਾ ਵੀ ਆ ਗਿਆ, ਚਾਹੇ ਤੁਹਾਡਾ 1000 ਆ ਗਿਆ, ਇੱਥੇ ਕੀ ਹੋਣਾ, ਇੱਥੋਂ ਦੇ ਨਾਲੋਂ ਇੱਥੋਂ ਫਰਕ ਹੈ। ਹੁਣ ਇੱਥੇ ਕੀ ਹੋਣਾ, ਜੇਕਰ ਤੁਹਾਡਾ ਬਿੱਲ 600 ਆਉਂਦਾ ਤਾਂ ਤੁਹਾਨੂੰ 600 ਯੂਨਿਟ ਤੱਕ ਕੋਈ ਬਿਜਲੀ ਦਾ ਬਿੱਲ ਭਰਨ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਬਿੱਲ ਨਹੀਂ ਭਰਨਾ। ਹੁਣ ਜੇਕਰ 600 ਤੋਂ ਉੱਤੇ ਤੁਹਾਡਾ 601 ਹੋ ਜਾਂਦਾ, 645 ਹੋ ਜਾਂਦਾ, 610 ਹੋ ਜਾਂਦਾ, ਜਿੰਨਾ ਵੀ ਹੋ ਜਾਂਦਾ 600 ਤੋਂ ਉੱਤੇ ਹੈ ਤਾਂ ਤੁਹਾਨੂੰ ਕੀ ਹੋਵੇਗਾ, ਇਹ ਪੂਰਾ ਬਿੱਲ ਹੀ ਭਰਨਾ ਪਵੇਗਾ, ਭਾਵ ਕਿ ਚਾਹੇ 601 ਹੈ ਚਾਹੇ 645 ਹੈ। 600 ਤੋਂ ਉੱਤੇ ਜੇਕਰ ਇੱਕ ਵੀ ਯੂਨਿਟ ਜਾਂਦੀ ਹੈ
ਤਾਂ ਤੁਹਾਨੂੰ ਪੂਰਾ ਬਿੱਲ ਭਰਨਾ ਪੈਣਾ ਹੈ, ਭਾਵ ਕਿ 601 ਯੂਨਿਟ ਦਾ ਬਿੱਲ ਭਰਨਾ ਪੈਣਾ। ਉਹ ਜਿੰਨਾ ਵੀ ਆਇਆ, ਜਿੰਨਾ ਵੀ ਚਾਹੇ 2 ਕਿਲੋ ਦੇ ਵਾਟ ਦੇ ਹਿਸਾਬ ਦੇ ਨਾਲ, ਕਿਸੇ ਦਾ ਸੈੱਟ ਹੈ, ਕਿਸੇ ਦਾ 7 ਕਿਲੋ ਦੇ ਵਾਟ ਦੇ ਹਿਸਾਬ ਦੇ ਉੱਤੇ ਬਿੱਲ ਸੈੱਟ ਹੈ ਸਾਰਾ, ਉਹ ਤੁਸੀਂ ਇੱਕ ਆਪਣਾ ਬਿੱਲ ਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ, ਉੱਥੋਂ ਤੁਸੀਂ ਦੇਖ ਸਕਦੇ ਹੋ। ਹੁਣ ਇੱਥੇ ਫਰਕ ਕੀ ਹੈ, ਜਿਹੜੀ ਸਭ ਤੋਂ ਵੱਡੀ ਕਨਫਿਊਜ਼ਨ ਬਣੀ ਹੋਈ ਹੈ 605 ਜਿਹੜਾ ਕਿ ਲਗਾਤਾਰ ਇੱਥੇ ਬਣਿਆ ਹੋਇਆ, ਜਿਹਨੂੰ ਲੈ ਕੇ ਕਾਫੀ ਸਾਰੀਆਂ ਕਾਲਸ ਆਉਂਦੀਆਂ ਨੇ ਕਿ ਅਸੀਂ ਸਮਝ ਨਹੀਂ ਸਕੇ ਕਿ ਆਖਰਕਾਰ ਨੂੰ ਪੰਜਾਬ ਸਰਕਾਰ ਨੇ ਇਹ ਕੀਤਾ ਕੀ ਹੈ, ਇਹਦੇ ਵਿੱਚ ਫਰਕ ਕੀ ਹੈ, ਲਾਹਾ ਕਿਹਨਾਂ ਨੂੰ ਹੈ, ਨੁਕਸਾਨ ਕਿਹਨਾਂ ਨੂੰ ਹੈ। ਇਹ ਸਾਰੀ ਗੱਲ ਨੂੰ ਤੁਹਾਨੂੰ ਕਿ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਇੱਥੇ ਕਰਨ ਲੱਗੇ ਹਾਂ। ਲਿਖਾਈ ਦੀ ਗੱਲ ਕਰ ਲੈਂਦੇ ਹਾਂ। ਲਿਖਾਈ ਮੇਰੀ ਠੀਕ ਹੈ, ਉਹ ਤੁਸੀਂ ਇੱਕ, ਮੈਂ ਸਿਰਫ ਇੱਕ ਐਗਜ਼ਾਮਪਲ ਦੇ ਰਿਹਾ, ਉਹ ਤੁਸੀਂ ਇੱਕ ਚੰਗੇ ਤਰੀਕੇ ਨਾਲ ਸਮਝ ਸਕਦੇ ਹੋ। ਹੁਣ ਇਹ ਪਰਿਵਾਰਾਂ ਦੇ ਵਿੱਚੋਂ ਇਹ ਪਰਿਵਾਰਾਂ ਦਾ ਫਰਕ ਇਹੀ ਹੈ ਕਿ ਜੇਕਰ ਇਹਨਾਂ ਆਮ ਘਰਾਂ ਦਾ ਬਿੱਲ ਜਿਹੜੇ ਕਿ ਹੁਣ ਇਸ ਘੇਰੇ ਦੇ ਵਿੱਚ ਆਉਂਦੇ ਨੇ, ਜੇਕਰ ਉਹਨਾਂ ਨੂੰ, ਜਿਨ੍ਹਾਂ ਨੂੰ ਪਹਿਲਾਂ ਸਹੂਲਤ ਨਹੀਂ ਸੀ, ਮੈਂ ਵਾਰ-ਵਾਰ ਇੱਥੇ ਗੱਲ ਦੁਹਰਾ ਰਿਹਾ, ਜਿਨ੍ਹਾਂ ਨੂੰ ਪਹਿਲਾਂ ਇਹ ਸਹੂਲਤਾਂ ਨਹੀਂ ਸੀ, ਭਾਵ ਕਿ ਉਹ ਲੋਕ ਜਿਨ੍ਹਾਂ ਨੂੰ ਅੱਜ ਤੱਕ ਬਿੱਲ ਦੇ ਵਿੱਚ ਰਾਹਤ ਇੱਥੇ ਨਹੀਂ ਦਿੱਤੀ ਗਈ, ਇਹ ਹੀ ਸਰਕਾਰ ਨੇ ਜਿਹੜਾ ਇੱਕ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਉਹ ਹੁਣ ਪੂਰਾ ਕਰਨ ਜਾ ਰਹੇ ਨੇ ਜੁਲਾਈ ਮਹੀਨੇ ਦੇ ਵਿੱਚ। ਜੇਕਰ ਇਹਨਾਂ ਪਰਿਵਾਰਾਂ ਦਾ ਬਿੱਲ 600 ਯੂਨਿਟ ਤੋਂ ਉੱਤੇ ਆਉਂਦਾ ਤਾਂ ਇਹਨਾਂ ਨੂੰ ਪੂਰਾ ਬਿੱਲ ਭਰਨਾ ਪਵੇਗਾ, ਭਾਵ ਕਿ ਇੱਥੇ 600 ਯੂਨਿਟ ਦਾ ਬਿੱਲ ਮਾਫ ਨਹੀਂ ਹੈਗਾ ਜੇਕਰ ਬਿੱਲ 600 ਯੂਨਿਟ ਤੋਂ 1 ਯੂਨਿਟ ਵੀ ਉੱਤੇ ਚਲਾ ਜਾਂਦਾ ਹੈ। ਹੁਣ ਜੇਕਰ ਤੁਸੀਂ ਇੱਥੇ ਇੱਕ ਗੱਲ ਹੋਰ ਵੀ ਹੈ ਜਿਹੜੀ ਕਿ ਇਹ ਇੱਥੇ ਆਪਾਂ ਕਹਿ ਸਕਦੇ ਹਾਂ, ਬੇਸ਼ੱਕ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਆਗੂ ਇੱਥੇ ਇਹ ਕਹਿੰਦੇ ਨੇ ਬਿਜਲੀ ਦੀ ਖਪਤ ਬੜੀ ਵੱਧ ਜਾਣੀ ਹੈ, ਜਾਂ ਇੱਥੇ ਕਹਿ ਸਕਦੇ ਹਾਂ ਕਿ ਕੀ ਲੋਕ ਇੰਨੀ ਬਿਜਲੀ ਦੇ ਨਾਲ ਸਾਰ ਸਕਣਗੇ, ਉਹ ਇੱਕ ਵੱਖਰਾ ਵਿਸ਼ਾ ਹੈ, ਉਹ ਤੁਸੀਂ ਦੇਖਣਾ ਹੈ। ਇਹਦੇ ਵਿੱਚ ਦੋਵੇਂ ਗੱਲਾਂ ਨੇ, ਕਿਉਂਕਿ ਜਦੋਂ ਕਿਸੇ ਚੀਜ਼ ਦਾ ਫਾਇਦਾ ਹੁੰਦਾ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੈ, ਉਹ ਸਰਕਾਰ ਨੇ ਦੇਖਣਾ ਹੈ ਕਿ ਉਹ ਪੂਰਾ ਕਿੱਥੋਂ ਕਰਨਾ। ਹੁਣ ਤੁਹਾਡੇ ਦੇ ਉੱਤੇ ਹੈ ਕਿ ਇਹਦੇ ਵਿੱਚ ਬਿਜਲੀ ਦੀ ਖਪਤ ਤੁਸੀਂ ਵਧਾ ਵੀ ਸਕਦੇ ਹੋ, ਤੁਸੀਂ ਦੇਖਣਾ ਹੈ ਕਿ ਹਾਂ ਸਾਡੀਆਂ ਇੰਨੀ ਯੂਨਿਟਾਂ ਤੱਕ ਬਿਜਲੀ ਦੀ ਖਪਤ ਹੁਣ ਤੱਕ ਹੋ ਚੁੱਕੀ ਹੈ, ਅਸੀਂ ਇਹਦੇ ਉੱਤੇ ਕੰਟਰੋਲ ਕਰੀਏ, ਉਹਦੇ ਨਾਲ ਬਿਜਲੀ ਬਚੇਗੀ ਵੀ। ਇਹ ਨਹੀਂ ਹੈਗਾ ਕਿ ਅਸੀਂ ਹੁਣ ਬਿਜਲੀ ਦੀ ਖਪਤ, ਹੁਣ ਉਹ ਖਪਤ ਦੀ ਕਿੱਥੋਂ ਗੱਲ ਚੱਲਦੀ ਹੈ, ਜਿਹੜੇ ਘਰ ਆਪਾਂ ਕਹਿ ਲੈਂਦੇ ਹਾਂ ਕਿ ਆਹ ਪਹਿਲਾਂ 200 ਯੂਨਿਟ ਬਿਜਲੀ ਦੀ ਖਪਤ ਪਹਿਲਾਂ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ 200 ਤੱਕ ਮਾਫ ਹੈ, ਇਹ ਪਰਿਵਾਰ ਆਪਾਂ ਨੂੰ ਕਹਿ ਸਕਦੇ ਹਾਂ ਕਿ ਬਿੱਲ ਨਹੀਂ ਭਰ ਸਕਦੇ। ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਘਰਾਂ ਦੇ ਵਿੱਚ, ਬਹੁਤੇ ਘਰਾਂ ਦੇ ਵਿੱਚ, ਪੰਜਾਬ ਦੇ ਵਿੱਚ ਕਈਆਂ ਦੇ ਘਰਾਂ ਦੇ ਵਿੱਚ ਏਸੀ ਨਹੀਂ ਹੈਗੇ, ਕਈਆਂ ਦੇ ਘਰਾਂ ਦੇ ਵਿੱਚ ਕੂਲਰ ਤੱਕ ਨਹੀਂ ਹੈਗੇ, ਭਾਵ ਕਿ ਹੁਣ ਇਹ ਗੱਲ ਇੱਥੇ ਰੱਖੀ ਜਾਂਦੀ ਹੈ ਕਿ ਇਹ ਪਰਿਵਾਰ ਨੇ ਜਿਹੜੇ ਇਹਨਾਂ ਨੂੰ 100 ਯੂਨਿਟ ਹੋਰ ਬਿਜਲੀ ਫ੍ਰੀ ਮਿਲ ਗਈ, ਇਹ ਬਿਜਲੀ ਦੀ ਖਪਤ ਹੈ ਜਿਹੜੀ ਇਹ ਪਰਿਵਾਰ ਹੈ ਉਹ ਵਧਾ ਦੇਣਗੇ। ਇੱਥੇ ਆ ਕੇ ਸਵਾਲ ਖੜੇ ਹੋ ਜਾਂਦੇ ਨੇ। ਹੁਣ ਇਹ ਪਰਿਵਾਰਾਂ ਨੂੰ ਵੀ ਪਤਾ ਹੈ ਕਿ 100 ਯੂਨਿਟ ਵੱਧ ਬਿਜਲੀ, ਉਹ ਖਪਤ ਕਿੰਨੀ ਹੋਗੀ, ਉਹ ਖਪਤ ਦੇ ਉੱਤੇ ਵੀ ਤੁਹਾਨੂੰ ਆਪਾਂ ਗੱਲਬਾਤ ਕਰਾਂਗੇ ਕਿ 7500 ਕਰੋੜ ਆਪਾਂ, ਮੈਂ ਇੱਥੇ ਲਿਖ ਵੀ ਦਿੰਦਾ, 7500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਹੈ ਜਿਹੜੀ ਇੱਥੇ ਇਹ ਪੰਜਾਬ ਸਰਕਾਰ ਨੂੰ, ਬਿਜਲੀ ਵਿਭਾਗ ਨੂੰ ਇੱਥੇ ਦੇਣੀ ਪੈਣੀ ਹੈ, ਭਾਵ ਕਿ 7500 ਕਰੋੜ ਦਾ ਇੱਥੇ ਆਪਾਂ ਘਾਟਾ ਕਹਿ ਸਕਦੇ ਹਾਂ ਸਿੱਧੇ ਤੌਰ ਦੇ ਉੱਤੇ। ਤੇ ਉਹੀ ਗੱਲ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਕਹੀ ਵੀ ਸੀ ਕਿ ਸਾਨੂੰ ਪਤਾ ਹੈ ਇਹ ਘਾਟਾ ਅਸੀਂ ਕਿਸ ਤਰੀਕੇ ਨਾਲ ਪੂਰਾ ਕਰਨਾ ਹੈ। ਵੱਡੇ ਵੱਡੇ ਪੁਲਾਂ ਦਾ ਉਹਨਾਂ ਨੇ ਐਗਜ਼ਾਮਪਲ ਦਿੱਤਾ ਕਿ ਉਹ ਸਾਰਾ ਕੁਝ ਇੱਥੋਂ ਲਿਆ ਕੇ ਜਿਹੜੀਆਂ ਸਰਕਾਰਾਂ ਪਿਛਲੀਆਂ ਉਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਾ ਦਿੱਤੇ ਗਏ ਕਿ ਹਾਂ ਇਹ ਇਹਨਾਂ ਦੇ ਘੇਰੇ ਦੇ ਵਿੱਚ, ਪਰ ਆਪਾਂ ਉਹਨਾਂ ਗੱਲਾਂ ਦੇ ਵਿੱਚ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਜਾਵਾਂਗੇ। ਹੁਣ ਇੱਥੇ ਤੁਹਾਨੂੰ ਸਿਰਫ ਬਿੱਲ ਆਪਾਂ ਸਮਝਾ ਦਿੰਦੇ ਹਾਂ ਕਿ ਆਖਰਕਾਰ ਨੂੰ ਬਿੱਲ ਦੇ ਵਿੱਚ ਫਰਕ ਕਿੰਨਾ ਹੈ। ਗੱਲ ਕਰਦੇ ਸੀ ਆਪਾਂ 600 ਯੂਨਿਟ ਦੀ, 600 ਯੂਨਿਟ ਤੱਕ ਇੱਥੇ ਮਾਫ ਹੈ ਜੇਕਰ ਤੁਸੀਂ ਕੰਟਰੋਲ ਕਰਦੇ ਹੋ ਆਪਣੇ ਬਿਜਲੀ ਬਿੱਲ ਦੇ ਉੱਤੇ, ਭਾਵ ਕਿ ਇਹਦੇ ਉੱਤੇ ਤੁਸੀਂ ਬਿਜਲੀ ਦਾ ਬਿੱਲ ਨਹੀਂ ਲਿਆਉਂਦੇ। ਆਮ ਘਰਾਂ ਦੀ ਗੱਲ ਕਰਨਾ ਪੂਰਨ ਰੂਪ ਦੇ ਵਿੱਚ ਜਿਨ੍ਹਾਂ ਨੂੰ ਹੁਣ ਇਹ ਸਹੂਲਤ ਮਿਲੀ ਹੈ। ਜੇਕਰ ਤੁਹਾਡਾ ਬਿੱਲ 645 ਆਉਂਦਾ ਤਾਂ ਤੁਹਾਨੂੰ ਇੱਥੇ 45 ਯੂਨਿਟਾਂ ਦਾ ਬਿੱਲ ਨਹੀਂ ਭਰਨਾ, ਤੁਹਾਨੂੰ ਪੂਰਾ ਬਿੱਲ ਭਰਨਾ ਪੈਣਾ ਹੈ, ਭਾਵ ਕਿ 645 ਦਾ। ਇੱਥੇ ਆਹ ਵਾਲੀ ਸਹੂਲਤ ਜਿਹੜੀ ਆਪਾਂ ਕਹਿ ਸਕਦੇ ਹਾਂ, ਇੱਥੇ ਆਮ ਲੋਕਾਂ ਨੂੰ ਇਹਨਾਂ ਲੋਕਾਂ ਦੇ ਨਾਲੋਂ ਫਰਕ ਹੈ, ਭਾਵੇਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਲਾਭ ਕਿਸ ਨੂੰ ਨਹੀਂ, ਤਾਂ ਇਹ ਆਮ ਲੋਕਾਂ ਨੂੰ ਲਾਭ ਨਹੀਂ ਜਿਹੜਾ ਪਹਿਲਾਂ ਲੋਕਾਂ ਨੂੰ ਮਿਲਿਆ, ਭਾਵ ਕਿ ਇੱਥੇ ਜੇਕਰ ਤੁਹਾਡਾ ਬਿੱਲ 600 ਆਉਂਦਾ ਤਾਂ ਤੁਹਾਨੂੰ ਮਾਫ ਹੈ। ਜੇਕਰ ਇਸ ਤੋਂ ਵੱਧ ਕਿ 45 ਆਪਾਂ ਫੋਰ ਐਗਜ਼ਾਮਪਲ ਆਪਾਂ ਮੰਨ ਲੈਂਦੇ ਹਾਂ ਇੱਥੇ, ਤਾਂ ਇੱਥੇ ਆਪਾਂ ਕੀ ਗੱਲ ਕਰਦੇ ਹਾਂ ਕਿ ਤੁਹਾਨੂੰ 645 ਦਾ ਹੀ ਬਿੱਲ ਪੇ ਕਰਨਾ ਪੈਣਾ ਹੈ। ਆ ਵੀ ਤੁਹਾਨੂੰ ਭਰਨਾ ਪੈਣਾ ਤੇ ਆ ਵੀ ਤੁਹਾਨੂੰ ਭਰਨਾ ਪੈਣਾ, ਭਾਵ ਕਿ 645। ਹੁਣ ਇਹ ਚੀਜ਼ ਕਾਫੀ ਸਾਰੀ ਕਨਫਿਊਜ਼ਨ ਆਪਾਂ 605 ਕਹਿ ਸਕਦੇ ਹਾਂ ਕਿ ਬਣਿਆ ਹੋਇਆ ਕਿ ਆਖਰਕਾਰ ਨੂੰ ਹੋਣਾ ਕੀ ਹੈ। ਜੇਕਰ ਤਾਂ ਤੁਹਾਡਾ ਕੰਟਰੋਲ ਇਹਦੇ ਵਿੱਚ ਰਹਿੰਦਾ ਤਾਂ ਤੁਹਾਨੂੰ 600 ਯੂਨਿਟ ਦਾ ਬਿੱਲ ਨਹੀਂ ਭਰਨਾ ਪਵੇਗਾ। ਜੇਕਰ ਇਹਦੇ ਉੱਤੋਂ 1 ਯੂਨਿਟ ਵੀ ਹੁੰਦੀ ਹੈ ਜਾਂ 45 ਯੂਨਿਟ ਤੱਕ ਵੱਧਦੀ ਹੈ ਤਾਂ ਤੁਹਾਨੂੰ ਪੂਰਾ ਬਿੱਲ ਭਰਨਾ ਪੈਣਾ ਹੈ। ਇਹਨੂੰ ਇੱਕ ਚੰਗੇ ਤਰੀਕੇ ਦੇ ਨਾਲ ਸਮਝ ਲਿਓ। ਕੰਟਰੋਲ ਤੁਸੀਂ ਆਪ ਕਰਨਾ ਹੈ, ਕਿੰਨਾ ਕਰਨਾ ਹੈ ਕਿ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ 300 ਯੂਨਿਟ ਤੁਸੀਂ ਇੱਕ ਪ੍ਰਤੀ ਮਹੀਨਾ ਦੇ ਵਿੱਚ ਆਪਣੀ ਜੇਕਰ ਘਰਾਂ ਦੇ ਵਿੱਚ ਕੰਟਰੋਲ ਰੱਖ ਕੇ ਵਰਤਦੇ ਹੋ ਤਾਂ ਤੁਹਾਨੂੰ ਕੋਈ ਬਿਜਲੀ ਦਾ ਬਿੱਲ ਨਹੀਂ ਭਰਨਾ ਪੈਣਾ। ਪਰ ਇਹ ਵੀ ਗੱਲ ਨਾਲ ਯਾਦ ਰੱਖਿਓ, ਜੇਕਰ 1 ਯੂਨਿਟ ਵੀ ਉੱਪਰ ਹੋ ਜਾਂਦੀ ਹੈ ਤਾਂ ਤੁਹਾਡਾ ਆ 600
ਹੁਣ ਤੱਕ ਕੀਤੀ ਗਈ ਬਚਤ ਉਹ ਸਾਰੀ ਖੂਹ ਖਾਤੇ ਜਾਣੀ ਹੈ। ਇੱਥੇ ਆਪਾਂ ਉਹ ਕੰਟਰੋਲ ਤੁਸੀਂ ਆਪਣਾ ਕਰਨਾ ਹੈ। ਇਹ ਤੁਹਾਡਾ ਹੋ ਗਿਆ ਸਾਰਾ ਬਿਜਲੀ ਦਾ ਸਰਕਲ ਕਿ ਆਖਰਕਾਰ ਨੂੰ ਤੁਹਾਨੂੰ ਇਹਦੇ ਵਿੱਚ ਫਾਇਦਾ ਕਿੰਨਾ ਕਿ ਨੁਕਸਾਨ ਕਿੰਨਾ ਕਿ। ਸਿੱਧੇ ਤੌਰ ਦੇ ਉੱਤੇ ਭਗਵੰਤ ਸਿੰਘ ਮਾਨ ਨੇ ਵੀ ਆਪਣੀ ਇੱਕ ਇਹ ਕਹਿ ਸਕਦੇ ਆ ਕਿ ਲਾਈਵ ਹੋ ਕੇ ਦੱਸ ਦਿੱਤਾ ਕਿ ਫਾਇਦਾ ਕਿੰਨਾ ਕਿ ਇਹਨਾਂ ਨੂੰ ਹੈ। ਇਸੇ ਤਰੀਕੇ ਨਾਲ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਉਹੀ ਵਾਅਦਾ ਇੱਥੇ ਪੂਰਾ ਕੀਤਾ। ਇੱਥੇ ਕੋਈ ਲੁਕੀ ਛਿਪਵੀਂ ਗੱਲ ਇੱਥੇ ਨਹੀਂ ਹੈਗੀ। ਹਾਲਾਂਕਿ ਬਾਅਦ ਦੇ ਵਿੱਚ ਕੁਝ ਨਵਾਂ ਨਿਕਲ ਕੇ ਆ ਜਾਵੇ ਉਹਦੇ ਵਿੱਚ ਕੁਝ ਕਹਿ ਨਹੀਂ ਸਕਦੇ। ਫਿਲਹਾਲ ਦੀ ਘੜੀ ਅੱਜ ਦੇ ਐਲਾਨ ਤੱਕ ਜੋ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਉਹੀ ਇੱਥੇ ਵਾਅਦਾ ਪੂਰਨ ਰੂਪ ਦੇ ਵਿੱਚ ਪੂਰਾ ਕੀਤਾ ਗਿਆ। ਭਾਵ ਕਿ ਇਹਦੇ ਵਿੱਚ ਕੁਝ ਵੀ ਲੁਕਵਾ ਨਹੀਂ ਰੱਖਿਆ ਗਿਆ, ਕੁਝ ਵੀ ਇਧਰੋਂ ਉਧਰ ਫੜ ਕੇ ਵਿੱਚ ਨਹੀਂ ਪਾਇਆ ਗਿਆ ਕਿ ਹਾਂ ਅਸੀਂ ਚੋਣਾਂ ਦੇ ਵਿੱਚ ਵਾਅਦਾ ਕੁਝ ਹੋਰ ਕੀਤਾ ਸੀ। ਇੱਥੇ ਟੇਢੇ ਢੰਗ ਨਾਲ ਦੱਸਿਆ, ਉਸੇ ਢੰਗ ਨਾਲ ਬਿੱਲ ਇੱਥੇ ਲਾਗੂ ਕੀਤੇ ਗਏ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਐਲਾਨ ਇੱਥੇ ਕੀਤਾ ਗਿਆ ਸੀ। ਹੁਣ ਇਹ ਤਾਂ ਹੋ ਗਿਆ ਤੁਹਾਡਾ ਫਾਇਦਾ, ਆਮ ਲੋਕਾਂ ਦਾ ਫਾਇਦਾ। 600 ਯੂਨਿਟ ਪਹਿਲਾਂ ਕਿਸੇ ਵੀ ਸਰਕਾਰ ਦੇ ਵੱਲੋਂ ਆਮ ਲੋਕਾਂ ਨੂੰ ਮਾਫ ਨਹੀਂ ਸੀ ਕੀਤੀ ਗਈ, ਭਾਵ ਕਿ ਪ੍ਰਤੀ ਮਹੀਨਾ 300 ਯੂਨਿਟ। ਹਾਲਾਂਕਿ ਪਹਿਲਾਂ ਇਹ ਵੀ ਕਨਫਿਊਜ਼ਨ ਸੀਗੀ ਕਿ ਬਿੱਲ ਤਾਂ 2 ਮਹੀਨਿਆਂ ਬਾਅਦ ਆਉਂਦਾ ਹੈ, ਉਹ ਵੀ ਕਈ ਸਾਰੇ ਸਵਾਲ ਉੱਠਣ ਲੱਗੇ। ਤਾਂ ਉੱਥੇ ਹੁਣ ਬਿਜਲੀ ਮੰਤਰੀ ਦੇ ਵੱਲੋਂ ਇਸ ਤੋਂ ਪਹਿਲਾਂ ਇਸ ਐਲਾਨ ਤੋਂ ਪਹਿਲਾਂ ਇੱਕ ਕਹਿ ਦਿੱਤਾ ਗਿਆ ਸੀ ਇੱਕ ਕਾਨਫਰੰਸ ਦੇ ਵਿੱਚ ਕਿ ਪ੍ਰਤੀ ਮਹੀਨਾ 300 ਯੂਨਿਟ ਦੀ ਗੱਲ ਹੋਈ ਆ। ਉਸੇ ਹਿਸਾਬ ਦੇ ਉੱਤੇ 2 ਮਹੀਨੇ ਬਾਅਦ ਬਿੱਲ ਆਉਂਦਾ ਤਾਂ ਜੇਕਰ 600 ਯੂਨਿਟ ਹੁੰਦੀ ਹੈ ਤਾਂ ਬਿੱਲ ਮਾਫ ਹੈ। ਜੇਕਰ 601 ਹੁੰਦਾ ਤਾਂ 601 ਦੇ ਭਾਵ ਕਿ ਪੂਰਨ ਰੂਪ ਦੇ ਉੱਤੇ ਪੈਸੇ ਲੱਗਣਗੇ। ਜੇਕਰ ਉਸ ਤੋਂ ਬਿੱਲ ਵੱਧ ਹੈ ਆਮ ਲੋਕਾਂ ਦੀ, ਜੇਕਰ ਮੈਂ ਉਹਨਾਂ ਆਮ ਲੋਕਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਪਹਿਲਾਂ ਸਹੂਲਤਾਂ ਸੀਗੀਆਂ ਉਹਨਾਂ ਨੂੰ ਕੀ ਹੈ ਫਿਰ ਨਾ ਤੁਸੀਂ ਕਨਫਿਊਜ਼ ਹੋ ਜਿਓ ਕਿ 600 ਯੂਨਿਟ ਤੋਂ ਉੱਤੇ ਜੇਕਰ ਬਿੱਲ ਆਉਂਦਾ ਤਾਂ ਉਹਨਾਂ ਨੂੰ ਸਿਰਫ 1 ਯੂਨਿਟ ਦਾ ਬਿੱਲ ਪੇ ਕਰਨਾ ਜਿਨ੍ਹਾਂ ਨੂੰ ਪਹਿਲਾਂ ਸਹੂਲਤਾਂ ਸੀਗੀਆਂ। ਜੇਕਰ 45 ਆਉਂਦੀਆਂ ਨੇ ਤਾਂ 45 ਦਾ ਬਿੱਲ ਉਹਨਾਂ ਨੂੰ ਮਾਫ ਹੈ। ਇੱਥੇ ਸਿਰਫ ਆਹ ਫਰਕ ਹੈ, ਜਿਨ੍ਹਾਂ ਨੂੰ ਹੁਣੇ ਸਹੂਲਤਾਂ ਮਿਲਣੀਆਂ ਸ਼ੁਰੂ ਹੋਈਆਂ ਇਹ ਵੀ ਬਹੁਤ ਨੇ। ਆਪਾਂ ਇਹ ਸਮਝ ਸਕਦੇ ਹਾਂ ਕਿ ਕਈਆਂ ਦਾ ਬਿੱਲ ਹੁਣ ਵੀ ਇਹਦੇ ਕੰਟਰੋਲ ਦੇ ਵਿੱਚ ਹੈ। ਜੇਕਰ ਉਹ ਹੋਰ ਕੰਟਰੋਲ ਕਰਨ ਤਾਂ ਇਕੱਲਾ ਤੁਹਾਡਾ ਫਾਇਦਾ ਨਹੀਂ ਹੋਣਾ, ਇਹਦੇ ਵਿੱਚ ਪੰਜਾਬ ਸਰਕਾਰ ਦਾ ਜਿਹੜੀ ਬਿਜਲੀ ਦੀ ਖਪਤ ਲਗਾਤਾਰ ਵੱਧਦੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਕੰਟਰੋਲ ਹੋਣਾ। ਹਾਲਾਂਕਿ ਇੱਕ ਵੱਖਰੀ ਗੱਲ ਹੈ ਕਿ ਕੋਲੇ ਦੀ ਕਮੀ ਜੇ ਉਹ ਲੈ ਕੇ ਸਾਰਾ ਕੁਝ ਸਰਕਾਰ ਦੇ ਉੱਤੇ ਭਾਂਡਾ ਜਿਹੜਾ ਭੰਨਿਆ ਜਾ ਰਿਹਾ ਉਹ ਸਰਕਾਰ ਨੇ ਦੇਖਣਾ ਕਿ ਅਸੀਂ ਪੂਰਾ ਕਿਵੇਂ ਕਰਨਾ ਹੈ। ਬਿਜਲੀ ਨਹੀਂ ਆਉਂਦੀ 2 ਘੰਟੇ ਆਉਂਦੀ ਹੈ 3 ਘੰਟੇ ਆਉਂਦੀ ਹੈ ਉਹ ਇੱਕ ਵੱਖਰਾ ਵਿਸ਼ਾ, ਪਰ ਜਿਹੜੀ ਸਹੂਲਤ ਸਰਕਾਰ ਨੇ ਦਿੱਤੀ ਹੈ ਉਹ ਇਸ ਤਰੀਕੇ ਦੇ ਨਾਲ ਹੈ। ਸੋ ਇਹ ਤੁਹਾਨੂੰ ਸਮਝਾਉਣ ਦੀ ਇੱਕ ਚੰਗੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਸਮਝ ਸਕਦੇ ਹੋ ਫਾਇਦਾ ਇਹਦੇ ਵਿੱਚ ਆਮ ਲੋਕਾਂ ਨੂੰ ਸਿਰਫ ਨਹੀਂ ਹੈ ਤਾਂ ਉੱਪਰਲੀਆਂ 45 ਯੂਨਿਟਾਂ ਜੇਕਰ ਤੁਸੀਂ ਕੰਟਰੋਲ ਕਰ ਲੈਂਦੇ ਹੋ ਤਾਂ ਤੁਸੀਂ ਉਹ ਪੂਰੇ ਬਿੱਲ ਦੇ ਉੱਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਬਚ ਸਕਦੇ ਹੋ। ਜੇਕਰ 600 ਤੋਂ 601 ਵੀ ਹੋ ਗਿਆ ਤਾਂ ਤੁਹਾਨੂੰ 601 ਦਾ ਬਿੱਲ ਭਰਨਾ ਪੈਣਾ। ਇੱਥੇ ਸਹੂਲਤ ਨਹੀਂ ਹੈਗੀ, ਸਹੂਲਤ ਸਿਰਫ ਇੱਥੇ ਹੈ ਜਿਹਨਾਂ ਨੂੰ ਪਹਿਲਾਂ ਸਹੂਲਤ ਸੀਗੀ, ਭਾਵ ਕਿ ਇਹਨਾਂ ਨੂੰ ਉੱਪਰਲੇ 601 ਜਾਂ 602 645 700 800 ਜਿੰਨਾ ਵੀ ਹੈ 600 ਛੱਡ ਕੇ ਬਾਕੀ ਬਿੱਲ ਇਹਨਾਂ ਨੇ ਪੇ ਕਰਨਾ ਹੈ। ਆਹ ਫਰਕ ਹੈ। ਸੋ ਮੈਂ ਸਮਝਦਾ ਕਿ ਹੁਣ ਤੁਸੀਂ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ। ਘਾਟਾ ਵੀ ਤੁਹਾਨੂੰ ਨਾਲ ਆਪਾਂ ਦੱਸਦੇ ਜਾਂਦੇ ਹਾਂ। ਇੱਥੇ 7500 ਕਰੋੜ ਰੁਪਏ ਦਾ ਇੱਕ ਵਿੱਤੀ ਬੋਝ ਆ ਜਿਹੜਾ ਪੰਜਾਬ ਸਰਕਾਰ ਦੇ ਉੱਤੇ ਪੈਣਾ ਤੇ ਉਹ ਤਾਂ ਪੈਣਾ ਜੇ ਤੁਸੀਂ 600 ਦੇ ਵਿੱਚ ਰਹਿੰਦੇ ਹੋ। 600 ਤੋਂ ਤੁਸੀਂ ਉੱਤੇ ਚਲੇ ਗਏ ਫਿਰ ਇਹ ਘਾਟਾ ਤੁਸੀਂ ਪੂਰਾ ਕਰ ਸਕਦੇ ਹੋ। ਤੁਸੀਂ ਖੁਦ ਦੇਖਣਾ ਕਿ ਅਸੀਂ ਆਹ ਘਾਟਾ ਪੂਰਾ ਕਰਨਾ ਹੈ, ਆਪਣਾ ਫਾਇਦਾ ਕਰਨਾ ਹੈ। ਸਰਕਾਰ ਨੇ ਆਹ ਫਾਇਦਾ ਕਿਤੋਂ ਨਾ ਕਿਸੇ ਪਾਸਿਓਂ ਤੁਹਾਡਾ ਜ਼ਰੂਰ ਕੀਤਾ। ਉਹਨਾਂ ਨੇ ਪਹਿਲੇ ਦੱਸ ਦਿੱਤਾ ਅਸੀਂ ਕਿਹੜੇ ਤਰੀਕਿਆਂ ਦੇ ਨਾਲ ਆਪਣੇ ਕੰਮਾਂ ਦੇ ਵਿੱਚ ਤਬਦੀਲੀ ਕਰਕੇ ਆਪਣੇ ਦਿੱਤੇ ਗਏ ਪ੍ਰੋਜੈਕਟਾਂ ਨੂੰ ਆਪਣੇ ਢੰਗ ਦੇ ਨਾਲ ਆਪਣੇ ਠੇਕੇਦਾਰਾਂ ਤੋਂ ਜੋ ਵੀ ਉਹਨਾਂ ਨੇ ਹਾਇਰ ਕੀਤੇ ਹੋਣਗੇ, ਭਾਵ ਕਿ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਸੀ ਕਿ ਜਿਹੜੇ ਵੱਡੇ ਘੁਟਾਲੇ ਹੁੰਦੇ ਨੇ ਉਹ ਨਹੀਂ ਹੋਣਗੇ, ਉਹ ਸਿੱਧੇ ਲਿਆ ਕੇ ਇਸ ਸਬਸਿਡੀ ਦੇ ਵਿੱਚ ਲਾ ਦਿੱਤੇ ਜਾਣਗੇ। ਭਾਵ ਕਿ ਸਰਕਾਰ ਆਪਣੇ ਰੂਪ ਦੇ ਉੱਤੇ ਸੇਫ ਹੈ। ਉਹਨਾਂ ਨੂੰ ਇਹ ਘਾਟਾ ਪੈ ਜ਼ਰੂਰ ਰਿਹਾ ਪਰ ਉਹਨਾਂ ਨੇ ਪੂਰਾ ਕਰ ਲੈਣਾ। ਹੁਣ ਘਾਟਾ ਤੁਹਾਨੂੰ ਪੈਣਾ ਹੈ ਜੇਕਰ ਤੁਸੀਂ 600 ਤੋਂ ਵੱਧ ਉੱਤੇ ਵੀ 1 ਯੂਨਿਟ ਜਾਂਦੇ ਹੋ ਤਾਂ ਉਹ ਘਾਟਾ ਤੁਹਾਨੂੰ ਹੈ। ਫਿਲਹਾਲ ਦੀ ਘੜੀ ਸਰਕਾਰ ਨੇ ਇੱਕ ਰਾਹਤ ਦਿੱਤੀ ਹੈ। ਰਾਹਤ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਹੈ ਉਹ ਤੁਸੀਂ ਖੁਦ ਦੇਖਣਾ। 600 ਦੇ ਅੰਡਰ ਰਹਿਣਾ ਹੈ, ਬਿਜਲੀ ਦਾ ਕੋਈ ਬਿੱਲ ਨਹੀਂ। 600 ਤੋਂ ਉੱਤੇ ਚਲੇ ਗਏ ਤਾਂ ਤੁਹਾਨੂੰ ਪੂਰਾ ਬਿੱਲ ਭਰਨਾ ਪੈਣਾ ਹੈ। ਉਹ ਲੋਕਾਂ ਨੂੰ ਬਿੱਲ ਨਹੀਂ ਭਰਨਾ ਪੈਣਾ ਜਿਨ੍ਹਾਂ ਨੂੰ ਇਹ ਸਹੂਲਤ ਨਹੀਂ ਹੈ। ਮੈਂ ਸਮਝਦਾ ਕਿ ਤੁਸੀਂ ਇੱਕ ਚੰਗੇ ਤਰੀਕੇ ਨਾਲ ਸਾਰਾ ਕੁਝ ਸਮਝ ਗਏ ਹੋਵੋਗੇ ਤੇ ਸਰਕਾਰ ਦੇ ਵੱਲੋਂ ਜੋ ਇੱਕ ਐਲਾਨ ਇੱਥੇ ਕੀਤਾ ਗਿਆ ਉਹ ਸਰਕਾਰ ਨੇ ਪੂਰਾ ਕਰਨ ਜਾ ਰਹੀ ਹੈ ਜੁਲਾਈ 2022 ਨੂੰ। ਉਸ ਤੋਂ ਬਾਅਦ ਤੁਹਾਡੇ ਬਿਜਲੀ ਦੇ ਬਿੱਲ ਨੇ ਜਿਹੜੇ ਉਹ ਤੁਹਾਡੇ ਤੱਕ ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਤੁਹਾਨੂੰ ਇੱਥੇ ਰਾਹਤ ਮਿਲਣੀ ਹੈ। ਤੇ ਦੂਜੇ ਪਾਸੇ ਜਿਨ੍ਹਾਂ ਦੇ ਬਿੱਲ 31 ਦਸੰਬਰ 2021 ਤੱਕ ਦੇ ਜਿਨ੍ਹਾਂ ਦੇ ਬਕਾਇਆ ਨੇ, ਭਾਵ ਕਿ ਉਹ ਡਿਫਾਲਟਰ ਹੋ ਚੁੱਕੇ ਨੇ, ਉਹਨਾਂ ਦੇ ਸਾਰੇ ਬਿੱਲ ਵੀ ਭਗਵੰਤ ਸਿੰਘ ਮਾਨ ਦੇ ਵੱਲੋਂ ਮਾਫ ਕਰ ਦਿੱਤੇ ਗਏ ਨੇ। ਇਹ ਵੀ ਇੱਕ ਬੜੀ ਵੱਡੀ ਸਹੂਲਤ ਹੈ। ਇਹਦੇ ਨਾਲ ਹੀ ਮੈਨੂੰ ਗੁਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।